ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਜੀ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ। ਹਰ ਗੋਬਿੰਦ ਸ਼ੁਭ ਸੁਮਤ ਪਰ ਕਾਸਕ। ਸ੍ਰੀ ਹਰਿ ਰਾਏ ਜੀ ਨਮੋ ਕਰ ਜੋਰੀ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਵੋ ਬਹੁ। ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜੈ ਡਿਠੇ ਮਨ ਧੀਰੀਐ ਕਿਲ ਵੇਖ ਅੰਜਨ ਦੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਜਤਨ ਤੇ ਲਹਿ ਸੁਰਬਾਨੀ। ਪੁਨ ਹੰਕਾਰ ਹੋਤ ਉਰ ਆਨੀ। ਸੋਈ ਭਗਤ ਗਿਆਨ ਵਿੱਚ ਭਾਖਾ। ਜਿਸ ਕੋ ਮੁਕਤ ਹੋਨ ਅਬੁਲਾਖਾ। ਪਰਮ ਆਦਰਣੀਏ ਸਾਹਿਬੇ ਕਮਾਲ, बारगाहे इनायत के मालक, कलयुगी जीवों के उद्धारकर्ता, साहिबे सहाबा जोत रूप हर आप, महिमा दे मालक धन धन गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी दी महान इनायत दा सदका साडे सारियां दे सिर ते मेहरामतमई रखे हथ दा सदका जीवन दा अज दा दिन भी प्राप्त होया। और इस नवे दिन दी जो नवे जन्म समान है शाम अजीजुल नवाज गनीमुल खराज पातशाह धन धन गुरुदेव कादरे हर कार बेकसां रा यार साहिब
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ 'ਚ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਦਰ ਤੋਂ ਮਿਹਰ ਭਰੀ ਨਜ਼ਰ ਸਦਕਾ ਸੋਦਰ ਚੌਂਕੀ ਦੇ ਗਾਇਨ, ਰਹਿਰਾਸ, ਆਰਤੀ, ਆਰਤਾ, ਅਰਦਾਸਾਂ, ਬੇਨਤੀਆਂ, ਫਿਰ ਮਹਾਰਾਜ ਦੇ ਹੁਕਮਨਾਮੇ ਆਪਨੇ ਝੋਲੀ 'ਚ ਪਵਾਏ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀਆਂ ਜੀਵਨ ਕਥੜੀਆਂ, ਕਲਿਆਣਕਾਰੀ ਬਚਨ ਜੋ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਤੋਂ ਗੁਰੂਦੇਵ ਜੀ ਨੇ ਲਿਖਵਾਏ ਹਨ, ਸਾਡੇ ਇਤਿਹਾਸ ਦਾ ਬਹੁਤ ਵੱਡਾ ਸਰੋਤ ਹੈ। ਸਰਵਣ ਕਰ ਸਕੀਏ ਪੇਸ਼ਤਰ, ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੈ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਭਾਈ ਮਾਧੋ ਜੋ ਸੋਢੀ ਪਰਿਵਾਰ ਵਿੱਚੋਂ ਸੀ, ਮਹਾਰਾਜ ਜੀ ਨੇ ਕੋਲ ਬੁਲਾਇਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੇ ਆਖਿਆ, ਭਾਈ ਮਾਧੋ ਤੂੰ ਗੁਰਮਤਿ ਵਿੱਚ ਪ੍ਰਵੀਣ ਹੈ। ਇਹ ਜਿਹੜਾ ਪ੍ਰਵੀਣ ਸ਼ਬਦ ਹੈ ਨਾ, ਇਹ ਥੋੜ੍ਹਾ ਜਿਹਾ ਧਿਆਨ ਮੰਗਦਾ ਹੈ। ਹਰ ਸਿੱਖ ਨੂੰ ਗੁਰਮਤਿ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੀਦਾ, ਨਹੀਂ ਤਾਂ ਕਈ ਦਫਾ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਇਹ ਗੁਰਮਤਿ ਹੈ, ਇਹ ਗੁਰਮਤਿ ਹੈ, ਵਿਖਾਦ ਖੜਾ ਕਰ ਲੈਂਦੇ। ਔਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਹਰ ਇੱਕ ਦੀ ਆਪਣੀ ਆਪਣੀ ਗੁਰਮਤਿ ਹੈ। ਬਸ ਜੋ ਮੈਂ ਕਹਿ ਰਿਹਾ ਇਹ ਗੁਰਮਤਿ ਹੈ, ਜੋ ਦੂਜਾ ਕਹਿ ਰਿਹਾ ਉਹ ਗੁਰਮਤਿ ਨਹੀਂ। ਇਸ ਢੰਗ ਨਾਲ ਗੁਰਮਤਿ ਦੇ ਨਾਮ 'ਤੇ ਹੀ ਅਸੀਂ ਕਈ ਦਫਾ ਮਨਮਤ ਕਰ ਜਾਂਦੇ, ਜੋ ਸਾਨੂੰ ਗੁਰੂ ਨਾਲੋਂ, ਗੁਰੂ ਸਿਧਾਂਤ ਨਾਲੋਂ ਤੋੜਦੀ ਹੈ। ਮਹਾਰਾਜ ਨੇ ਕਿਹਾ ਤੂੰ ਪ੍ਰਵੀਣ ਹੈ, ਗੱਲ ਨੂੰ ਸਮਝਦਾ ਹੈ, ਤੇ ਤੂੰ ਕਸ਼ਮੀਰ ਵਿੱਚ ਜਾ ਕੇ ਸਿੱਖੀ ਦਾ, ਗੁਰਮਤਿ ਦਾ ਪ੍ਰਚਾਰ ਕਰ। ਇਹ ਵੀ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ ਚਾਹੀਦਾ ਹੈ ਕਿ ਜਿਹੜੇ ਪ੍ਰਚਾਰਕ ਹੋਣ ਉਹ ਬਾਕਾਇਦਾ ਸਰਟੀਫਾਈਡ ਹੋਣ। ਬਹੁਤ ਸਾਰੇ ਤੇ ਸਾਡੇ ਆਪਣੇ ਆਪ ਹੀ ਉੱਗੇ ਹੋਏ ਹਨ, ਜਿਵੇਂ ਜੈਸੇ ਭਾਦੋਂ ਖੂਮ ਰਾਜ ਤੂੰ ਤਿਸ 'ਤੇ ਖਰੀ ਉਤਾਵਲੀ। ਇਸ ਤਰ੍ਹਾਂ ਬਹੁਤ ਸਾਰੇ ਸੱਜਣ ਨੇ ਜੋ ਕਿਸੇ ਟਕਸਾਲ ਤੋਂ, ਕਿਸੇ ਗੁਰਮਤਿ ਵਿਦਿਆਲੇ ਤੋਂ ਉਹਦੇ ਲਾਗੇ ਵੀ ਨਹੀਂ ਲੰਘੇ ਹੁੰਦੇ, ਪਰ ਦਾਅਵਾ ਕਰਨਗੇ ਵੀ ਮੇਰੇ ਜਿੰਨੀ ਗੁਰਮਤਿ ਕੋਈ ਨਹੀਂ ਜਾਣਦਾ, ਮੈਂ ਬੜਾ ਸਿਆਣਾ। ਵਾਕਈ ਜਿਤਨਾ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦੀ ਲੋੜ ਹੈ, ਤਾਂ ਹੀ ਤਾਂ ਅਸੀਂ ਸਿੱਖ ਹਾਂ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਮਹਾਰਾਜ ਜੀ ਦੀ ਆਗਿਆ ਹੋਈ ਤੇਰੇ ਬਚਨਾਂ ਵਿੱਚ ਬਲ ਰੱਖਦੇ ਹਾਂ। ਜੋ ਕੁਝ ਤੂੰ ਆਪਣੀ ਜ਼ੁਬਾਨ ਤੋਂ ਆਖੇਂਗਾ ਪੂਰਾ ਹੋ ਜਾਏ। ਇਹ ਬਲ ਮਹਾਰਾਜ ਨੇ
ਆਪਣੇ ਸਿੱਖਾਂ ਦੀ ਜ਼ਬਾਨ 'ਚ ਰੱਖਿਆ ਹੋਇਆ, ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ ਸੇਵਕ ਕੋ, ਨਿਕਟੀ ਹੋਏ ਦਿਖਾਵੈ। ਸਤਿਗੁਰੂ ਐਸੀ ਮਹਾਨ ਬਖਸ਼ਿਸ਼ ਕਰ ਦਿੰਦੇ ਹਨ, ਜ਼ਬਾਨ 'ਤੇ ਹੀ ਕਲਾ ਆ ਜਾਂਦੀ ਹੈ। ਉਹ ਗੁਰੂ ਦੀ ਬਖਸ਼ੀ ਹੋਈ ਕਲਾ ਸਦਕਾ, ਮਿਹਰ ਸਦਕਾ ਪ੍ਰਚਾਰ ਕਰਨ ਲੱਗ ਪਿਆ। ਕੁਝ ਲੋਕ ਆਏ ਜਿਨ੍ਹਾਂ ਕਿਹਾ ਸਾਨੂੰ ਇਹ ਨਹੀਂ ਪ੍ਰਵਾਨ, ਅਸੀਂ ਨਹੀਂ ਇਹ ਕਰਨ ਦੇਣਾ। ਭਾਈ ਜੀ ਨੇ ਬੜੇ ਪ੍ਰੇਮ ਨਾਲ ਸਮਝਾਇਆ, ਆਖਿਆ ਜੇ ਭੁੱਖ ਲੱਗੀ ਹੋਈ ਹੋਵੇ ਤੇ ਸੋਨੇ ਦੇ ਭਾਂਡੇ ਲੱਭੀਏ, ਜਾਂ ਕੋਈ ਬੰਦਾ ਹੋਰ ਧਾਤੂ ਦੇ ਲੱਭੇ, ਆਖੇ ਉਹ ਚਾਹੀਦੇ ਨੇ ਤਾਂ ਹੀ ਭੋਜਨ ਕਰਨਾ। ਉਹ ਥੋੜ੍ਹਾ ਜਿਹਾ ਬਚਕਾਨਾ ਗੱਲ ਹੋ ਜਾਂਦੀ। ਜਿਵੇਂ ਬਚਪਨ ਵਿੱਚ ਬੱਚਾ ਛੋਟਾ ਹੋਵੇ ਨਾ, ਤੇ ਮਾਂ ਪਿਤਾ ਉਹਨੂੰ ਛੋਟਾ ਗਿਲਾਸ ਲਿਆ ਦਿੰਦੇ ਨੇ ਪਾਣੀ ਪੀਣ ਵਾਲਾ, ਉਹਨੂੰ ਉਹ ਚੰਗਾ ਲੱਗਦਾ। ਛੋਟੀ ਜਿਹੀ ਪਲੇਟ ਲਿਆ ਦੇਣਗੇ, ਕੋਈ ਚਾਂਦੀ ਦੀ ਲਿਆ ਦਿੰਦਾ, ਕੋਈ ਸੋਨੇ ਦੀ ਵੀ ਲਿਆ ਦਿੰਦਾ। ਆਪਣੀ ਆਪਣੀ ਸਮਰੱਥਾ ਮੁਤਾਬਕ ਹੈ। ਬਹੁਤ ਸਾਰਿਆਂ ਨੂੰ ਵਿਚਾਰਿਆਂ ਨੂੰ ਭਾਂਡਾ ਮਿਲਦਾ ਹੀ ਨਹੀਂ, ਪਰ ਭੋਜਨ ਪ੍ਰਭੂ ਉਹਨਾਂ ਤੱਕ ਵੀ ਪਹੁੰਚਾ ਦਿੰਦਾ। ਤੇ ਜੇ ਹੁਣ ਸਾਰੀ ਉਮਰ ਆਖੇ ਬਈ ਮੈਂ ਤਾਂ ਉਸੇ ਹੀ ਛੋਟੀ ਗਿਲਾਸੀ ਵਿੱਚ ਹੀ ਦੁੱਧ ਪੀਣਾ ਹੈ, ਉਹਦੇ ਵਿੱਚ ਹੀ ਭੋਜਨ ਕਰਨਾ ਹੈ, ਤਾਂ ਉਹ ਸਮੇਂ ਦੀ ਗੱਲ ਸੀ। ਉਦੋਂ ਤੇਰੀ ਖੁਰਾਕ ਉਤਨੀ ਸੀ, ਹੁਣ ਉਸ ਵਿੱਚ ਤੂੰ ਬੁਰਕੀ ਵੀ ਨਹੀਂ ਲਗਾ ਸਕਦਾ। ਇਸ ਤਰ੍ਹਾਂ ਵਕਤ ਦੇ ਤਕਾਜ਼ੇ ਨਾਲ ਬੰਦੇ ਨੂੰ ਸਮਝਣਾ ਪੈਂਦਾ। ਭੁੱਖ ਲੱਗੀ ਹੋਈ ਹੈ ਤੇ ਭਾਂਡਾ ਜੋ ਵੀ ਮਿਲ ਜਾਏ ਪ੍ਰਵਾਨ ਹੁੰਦਾ ਹੈ। ਭਾਈ ਜੀ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ, ਆਖਿਆ ਭਾਖਾ ਬਿਨ ਜੋ ਕਾਮ ਤੁਹਾਰਾ, ਪੂਰਨ ਭਇਓ ਨਾ ਲੇਹ ਵਿਚਾਰਾ। ਤੁਸੀਂ ਪਹਿਲੇ ਦੇਵ ਭਾਸ਼ਾ ਆਖੀ ਜਾਣ ਵਾਲੀ ਸੰਸਕ੍ਰਿਤ ਦੇ ਸ਼ਲੋਕ ਆਪ ਪੜ੍ਹਦੇ ਹੋ, ਤੇ ਫਿਰ ਉਹਦੀ ਵਿਆਖਿਆ ਸਰਲ ਭਾਸ਼ਾ 'ਚ, ਆਮ ਭਾਸ਼ਾ 'ਚ ਕਰਦੇ ਹੋ। ਤੇ ਜੇ ਆਮ ਭਾਸ਼ਾ ਦੀ ਕੋਈ ਵੈਲਿਊ ਹੀ ਨਹੀਂ ਹੈ ਤਾਂ ਫਿਰ ਵੇਦਾਂ ਦੀ ਵੈਲਿਊ ਕਿਵੇਂ ਸਮਝੀ ਜਾ ਸਕਦੀ? ਸਮਝਾਉਣ ਵਾਸਤੇ ਤਾਂ ਆਮ ਭਾਸ਼ਾ ਦਾ ਸਹਾਰਾ ਲੈਣਾ ਹੀ ਪੈਂਦਾ। ਭਾਖਾ ਬਿਨ ਜੋ ਕਾਮ ਤੁਹਾਰਾ, ਪੂਰਨ ਭਇਓ ਨਾ ਲਿਹੋ ਵਿਚਾਰਾ। ਇਹ ਵਿਚਾਰ ਕਰਕੇ ਦੇਖੋ ਕਿ ਭਾਸ਼ਾ ਤੋਂ ਬਿਨਾਂ, ਆਮ ਸਰਲ ਭਾਸ਼ਾ ਲੋਕ ਭਾਸ਼ਾ ਤੋਂ ਬਿਨਾਂ ਤੁਹਾਡੀ ਗੱਲ ਕੋਈ ਸਮਝੇਗਾ ਨਹੀਂ। ਹਾਂਜੀ, ਸਤਿਨਾਮ ਫਲਦਾਇਕ ਚਾਰ। ਪਾਰ ਬ੍ਰਹਮ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਚਾਰੇ ਪਦਾਰਥ ਝੋਲੀ 'ਚ ਪਾ ਦਿੰਦਾ। ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਪਰੀ ਸਿਮਰ ਸਿਮਰ ਵਿਧਾਤਾ। ਜਾਚਕ ਅਨੇਕ ਸੋ ਏਕ ਦਿਵਈਆ। ਚਾਰੇ ਪਦਾਰਥ, ਦੋ ਦਾ ਸੰਬੰਧ ਸੰਸਾਰ ਨਾਲ ਹੈ, ਦੋ ਦਾ ਨਿਰੰਕਾਰ ਨਾਲ। ਅਰਥ ਤੇ ਕਾਮ ਸੰਸਾਰ ਨਾਲ ਸੰਬੰਧ ਰੱਖਦੇ ਨੇ, ਧਰਮ ਤੇ ਮੋਕਸ਼ ਨਿਰੰਕਾਰ ਨਾਲ ਸੰਬੰਧ ਰੱਖਦੇ ਨੇ। ਲੋਕ ਤੇ ਪਰਲੋਕ ਦੇ ਪਦਾਰਥ, ਇਹਦਾ ਮਤਲਬ ਇਹ ਹੈ ਸਾਰੇ ਪਦਾਰਥ ਝੋਲੀ 'ਚ ਪੈ ਜਾਂਦੇ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ। ਚਾਰੇ ਪਦਾਰਥ, ਲੋਕ ਪਰਲੋਕ ਦੇ ਪਦਾਰਥ, ਪਰਮਾਤਮਾ ਦਾ ਨਾਮ ਜਪਣ ਨਾਲ ਮਿਲ ਜਾਂਦੇ। ਅਸੀਂ ਬੜੀਆਂ ਗੱਲਾਂ ਆਜ਼ਮਾ ਕੇ ਦੇਖਦੇ ਹਾਂ ਵੀ ਫਲਾਣੇ ਨੂੰ ਅਸੀਂ ਆਜ਼ਮਾ ਲਿਆ, ਉਹ ਇਹ ਕਰਦਾ, ਉਹ ਇਹ ਕਰਦਾ। ਇੱਕ ਦੂਜੇ ਬਾਰੇ ਗੱਲਾਂ ਪਹੁੰਚਦੀਆਂ ਰਹਿੰਦੀਆਂ ਬਈ ਜੀ ਫਲਾਣੇ ਦਾ ਤਾਂ ਸੁਭਾਅ ਹੈ, ਉਹ ਲੜਾਈ ਕਰਵਾਉਂਦਾ, ਇੱਧਰ ਦੀ ਗੱਲ ਇੱਧਰ, ਇੱਧਰ ਦੀ ਗੱਲ ਇੱਧਰ। ਕਈਆਂ ਨੂੰ ਗੱਲ ਪਚਦੀ ਨਹੀਂ ਆਉਂਦੀ। ਮਾੜਾ ਜਿਹਾ ਕੋਈ ਸੁਰਾਖ ਲੱਭੇ, ਜਿਵੇਂ ਬਹੁਤ ਖੂਬਸੂਰਤ ਮਹਿਲ ਬਣਿਆ ਹੋਵੇ, ਪਰ ਕੀੜੀ ਜਿਹੜੀ ਹੈ ਉਹ ਸੁਰਾਖ ਲੱਭਦੀ ਹੁੰਦੀ ਵੀ ਸੁਰਾਖ ਕਿੱਥੇ ਹੈ। ਉਹਦਾ ਸੁਰਾਖ ਬਿਨਾਂ ਸਰਦਾ ਨਹੀਂ।
ਇਸ ਤਰ੍ਹਾਂ ਕੁਝ ਲੋਕਾਂ ਦਾ ਸੁਭਾਅ ਹੁੰਦਾ, ਇੱਧਰ ਦੀ ਗੱਲ ਇੱਧਰ, ਇੱਧਰ ਦੀ ਗੱਲ ਇੱਧਰ, ਤਾਂ ਕਿ ਦੂਜੇ ਦੀ ਆਪਸ ਵਿੱਚ ਜੰਗ ਮਚ ਜਾਏ। ਤੇ ਫਿਰ ਐਸੇ ਸੁਭਾਅ ਵਾਲੇ ਨੂੰ ਨਿੰਦਕ ਆਖਿਆ ਜਾਂਦਾ, ਜਿਸ ਦੇ ਅੰਦਰ ਚੁਗਲੋ ਚੁਗਲੀ ਵੱਜੈ, ਉਸ ਦਾ ਭਲਾ ਨਹੀਂ ਹੋ ਸਕਦਾ। ਮਹਾਰਾਜ ਆਪਣੀ ਬਾਣੀ 'ਚ ਫਰਮਾਨ ਕਰਦੇ, ਉਹ ਸਦਾ ਦੁੱਖਾਂ ਨਾਲ ਭਰਿਆ ਰਹਿੰਦਾ। ਪਰ ਕੁਝ ਲੋਕ ਹੁੰਦੇ ਨੇ, ਕਿਸੇ ਦੀ ਕੋਈ ਵੱਡੀ ਖਾਮੀ ਵੀ ਲੱਭ ਜਾਏ ਤੇ ਪਰਦਾ ਪਾ ਦਿੰਦੇ, ਬਈ ਨਹੀਂ ਇਸ ਨੂੰ ਉਭਾਰਨਾ ਨਹੀਂ, ਇਹ ਗੁਰਸਿੱਖੀ ਬਿਰਤੀ। ਤੇ ਰੋਜ਼ ਅਸੀਂ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿਨਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪਰ ਹੈ ਬੜਾ ਔਖਾ। ਜਿਵੇਂ ਕਿਸੇ ਨੂੰ ਲੋਹਾ ਹਜ਼ਮ ਕਰਨਾ ਔਖਾ ਹੈ ਨਾ, ਇਸ ਤਰ੍ਹਾਂ ਗੁਰੂ ਦੀ ਮਿਹਰ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ ਤੇ ਇਹ ਸੁਭਾਅ ਬਿਰਤੀ ਮਿਲੇ ਕਿ ਕਿਸੇ ਦਾ ਅਵਗੁਣ ਦੇਖ ਕੇ ਪਰਦਾ ਪਾ ਦੇ। ਜੇ ਕਿਧਰੇ ਐਸਾ ਸੁਭਾਅ ਮਹਾਰਾਜ ਕਿਸੇ ਦੀ ਝੋਲੀ 'ਚ ਪਾ ਦੇਵੇ ਤੇ ਫਿਰ ਉਸ ਦੇ ਕਰੋੜਾਂ ਗੁਨਾਹ ਗੁਰੂ ਮਾਫ ਕਰ ਦਿੰਦਾ, ਢੱਕ ਦਿੰਦਾ। ਜੇ ਪ੍ਰਸਾਦ ਤੇਰੇ ਸਗਲ ਸਿੱਧਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ। ਆਪਣੇ ਗੁਨਾਹਾਂ ਨੂੰ ਜੇ ਦੇਖੀਏ ਫਿਰ ਦੂਜਾ ਕੋਈ ਗੁਨਾਹਗਾਰ ਦਿਖਾਈ ਹੀ ਨਹੀਂ ਪੈਂਦਾ। ਬੜੇ ਸੋਹਣੇ ਦੋ ਬੋਲ ਨੇ ਸਾਡੇ ਦੇਸ਼ ਦੇ ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਦੇ। ਉਹ ਕਹਿੰਦੇ, ਜਬ ਨਾ ਥੀ ਆਪਣੇ ਗੁਨਾहों की खबर, देखते थे दुनिया के ऐबो हुनर, जब अपने गुनाहों पे पड़ी निगाह तो जहाँ में कोई बुरा ना रहा। फिर पता चलिया भी बुरा तो मैं ही हैगा, मेरे जितना बुरा तो कोई है नहीं। सारा संसार चंगियाइयां नाल भरिया होया दिखाई पैंदा, पर जितनी देर ये गल बनी रहे मैं बड़ा वड्डा, मैं बड़ा सियाणा, मेरे वर्गा कोई नहीं, उतनी देर नाम नाल जुड़िया नहीं जाता ते सारियां बरकतां झोली च नहीं पैंदी। इसलिए ये बोल आखे गए हैं बई सतनाम फलदायक चार। ये चार फल लोक परलोक दियां बरकतां नाम जपण वाले दी झोली च पै जांदी। असी पदार्थ मंगदे आ महाराज कि महाराज सानू ऐ दे, सानू ऐ दे, सानू ऐ दे। भाई नंद लाल भी मंगते ने गुरु गोबिंद सिंह महाराज। महाराज जी ने एक दिन कहा सी मंग लो जो मंगना है, तो भाई साहब जी ने जो बोल आखे मैं आप जी दे नज़र करना। आखण लगे या इलाही चश्मे बीना ए भी दे, थोड़े वर्गा होर कोई नहीं है दाता हे गुरु गोबिंद सिंह महाराज। मैनू वो दृष्टि मिले कि हर जगह थोड़ा दीदार कर सकां, थानू सामने बैठिया नू समझ सकां। या इलाही चश्मे बीना ए भी दे, दर शर्म अज इश्क सौदा ए भी दे। मेरे सिर ते मेहर भरिया हथ रख इतना प्रेम झोली च पा कि मैं जिधरों लंघा लोकी कहण गुरु गोबिंद सिंह जी दा दीवाना नंद लाल लंघदा पिया। भाई जी होर कुछ मंगो, आख्या शब्द कुर्बान खा के राहे संगत, दिल गोया हमीरा आरजू कर। फिर कितने कीमती बोल आखे कि मेरी कंठ गर्दन विच या इलाही ई दिल मरा शौक दे, दर गलों अज बंदगी रा तौक दे। तेरी बंदगी दा पट्टा मेरे गल विच पै जाए। भाव हमेशा मैं तेरी इबादत नाल जुड़िया रहा। ऐसा गुरमुख जन क्यों मंगते ने
ਕਿਉਂਕਿ ਪਤਾ ਹੈ ਸਤਨਾਮ ਫਲਦਾਇਕ ਚਾਰ। ਚਾਰ ਦਾ ਮਤਲਬ ਚਾਰ ਪਦਾਰਥ ਵੀ ਹੈ ਤੇ ਚਾਰ ਦਾ ਮਤਲਬ ਆਚਾਰ ਵੀ ਹੈਗਾ। ਆਚਰਣ ਜਿਹਨੂੰ ਕਹਿੰਦੇ ਆ, ਤਰਜ਼ੇ ਜ਼ਿੰਦਗੀ, ਕਰੈਕਟਰ। ਫਿਰ ਚਾਰ ਦਾ ਮਤਲਬ ਸੋਹਣਾ। ਹੇ ਪ੍ਰਭੂ, ਉਹ ਮਹਾਨ ਚਾਰ ਪਦਾਰਥ, ਗਾਵੇ ਕੋ ਗੁਣ ਵਡਿਆਈਆਂ ਚਾਰ, ਸੋਹਣੀਆਂ ਵਡਿਆਈਆਂ। ਮਹਾਰਾਜ ਜੇ ਤੇਰਾ ਬਖਸ਼ਿਸ਼ ਹੋ ਜਾਏ ਤੇ ਪਦਾਰਥ, ਚੰਗੇ ਸੋਹਣੇ ਪਦਾਰਥ, ਵਡਿਆਈ ਮਾਣ ਸਨਮਾਨ ਝੋਲੀ 'ਚ ਪੈ ਜਾਏ, ਪਰ ਇਹ ਮਿਲੇਗੀ ਕਿਵੇਂ? ਬੜੇ ਖੂਬਸੂਰਤ ਬੋਲ ਨੇ, ਨਾਮ ਜਪਣ ਨਾਲ ਗੁਰਮੁਖ ਸਿਮਰਹਿ ਹੋਏ ਉਧਾਰ। ਤੇ ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਰਾਹੀਂ ਸਿਮਰਦੇ ਨੇ। ਬੜਾ ਸੋਹਣਾ ਇਹ ਬਚਨ ਭਾਈ ਸਾਹਿਬ ਜੀ ਨੇ ਲਿਖਿਆ ਹੈ, ਗੁਰਮੁਖ, ਗੁਰੂ ਦੇ ਰਾਹੀਂ ਜਪਣ ਵਾਲੇ। ਗੁਰਮੁਖ ਆਖਿਆ ਹੀ ਉਸ ਨੂੰ ਜਾ ਸਕਦਾ ਹੈ ਜਿਹੜਾ ਗੁਰੂ ਦੇ ਆਸੇ ਅਨੁਸਾਰ ਚੱਲਦਾ ਹੈ, ਬਹਾਨੇ ਨਹੀਂ ਕਰਦਾ ਜੀ। ਕਈ ਵਾਰੀ ਨਿਤਨੇਮ ਰਹਿ ਜਾਂਦਾ ਹੈ ਜੀ, ਕਈ ਵਾਰੀ ਹੋ ਜਾਂਦਾ ਹੈ ਜੀ। ਤੇ ਫਿਰ ਜੇ ਕਈ ਵਾਰੀ ਰਹਿ ਜਾਏ ਤੇ ਫਿਰ ਨਿਤ ਵੀ ਨਾ ਹੋਇਆ ਤੇ ਨੇਮ ਵੀ ਨਾ ਹੋਇਆ। ਨਿਤ ਦਾ ਮਤਲਬ ਰੋਜ਼ਾਨਾ, ਨੇਮ ਦਾ ਮਤਲਬ ਇੱਕ ਨਿਯਮ ਨਾਲ ਕਰਨਾ। ਮਹਾਰਾਜ ਕੋਲੋਂ ਇਹ ਤਰਲਾ ਕਰਨਾ ਚਾਹੀਦਾ ਵੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਨਿਤਨੇਮ ਦੀ ਦਾਤ ਝੋਲੀ 'ਚ ਪੈ ਜਾਏ। ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਿਨਾਂ ਸ਼ਾਮ ਨਾ ਲੰਘੇ, ਸੋਹਲੇ ਤੋਂ ਬਿਨਾਂ ਸੌਣਾ ਨਾ ਹੋਵੇ, ਔਰ ਤੇਰੇ ਨਾਮ ਜਪਣ ਤੋਂ ਬਿਨਾਂ, ਜਾਪ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ ਸੂਰਜ ਨਾ ਚੜ੍ਹੇ। ਇਹ ਮਹਾਰਾਜ ਕੋਲੋਂ ਮੰਗਣਾ ਚਾਹੀਦਾ। ਛੋਟੀ ਦਾਤ ਨਹੀਂ, ਬਹੁਤ ਵੱਡੀ ਦਾਤ। ਜਿਸ ਤੇ ਕਿਰਪਾ ਹੋਵੇ ਉਸ ਨੂੰ ਪ੍ਰਾਪਤ ਹੁੰਦੀ ਹੈ, ਔਰ ਇਸ ਨਾਲ ਮਨੁੱਖ ਦਾ ਉਧਾਰ ਹੋ ਜਾਂਦਾ ਹੈ। ਜਾਤ ਮਾਨ ਧਰ ਜਨਮ ਨ ਖੂਬਹੁ। ਐਵੇਂ ਆਪਣੀ ਜਾਤ ਦਾ ਮਾਣ ਕਰਕੇ ਵੀ ਮੈਂ ਬੜੀ ਵੱਡੀ ਜਾਤ ਦਾ, ਮੇਰਾ ਬਿਰਾਦਰੀ ਬੜੀ ਵੱਡੀ, ਅਗਰ ਇਸ ਤਰ੍ਹਾਂ ਕਰਦੇ ਆ ਤੇ ਫਿਰ ਭਾਈ ਸਾਹਿਬ ਕਹਿੰਦੇ ਨੇ ਜਨਮ ਜ਼ਾਇਆ ਹੋ ਜਾਂਦਾ। ਨਾਮ ਜਪਣਾ ਗੁਰੂ ਦੀ ਮਰਿਆਦਾ ਅਨੁਸਾਰ, ਜਿਵੇਂ ਗੁਰੂ ਨੇ ਬਖਸ਼ਿਸ਼ ਕੀਤਾ ਉਸ ਤਰ੍ਹਾਂ ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਜਿਵੇਂ ਗੁਰੂ ਨੇ ਉਪਦੇਸ਼ ਦਿੱਤਾ ਉਸ ਤਰ੍ਹਾਂ ਜਾਪ ਕਰ। ਬੜਿਆਂ ਦਾ ਵੱਖਰਾ ਹੀ ਵੱਖਰਾ ਢੰਗ ਹੈਗਾ। ਚਲੋ ਮੁਬਾਰਕ ਹੈ ਕਿਸੇ ਢੰਗ ਨਾਲ ਵੀ ਕੋਈ ਜਪੇ, ਪਰ ਜੇ ਗੁਰੂ ਦੇ ਬਖਸ਼ੇ ਹੋਏ ਢੰਗ ਨਾਲ ਜਪੀਏ ਤਾਂ ਫਿਰ ਹੋਰ ਜ਼ਿਆਦਾ ਬਰਕਤ ਬਣ ਜਾਂਦੀ, ਹੋਰ ਜ਼ਿਆਦਾ ਮਨੁੱਖ ਜੁੜ ਜਾਂਦਾ ਹੈ। ਤੇ ਜੇ ਨਹੀਂ ਜਪਿਆ ਫਿਰ ਮੇਰੀ ਜਾਤ ਹੈ, ਮੇਰਾ ਜਨਮ ਫਲਾਣੇ ਥਾਂ ਹੋਇਆ, ਇਹ ਮਾਣ ਅਭਿਮਾਨ ਬਣਿਆ ਰਹਿੰਦਾ ਤੇ ਗਵਾਚਦਾ। ਇਸ ਲਈ ਨਾਮ ਜਪੋ ਤਾਂ ਕਿ ਜਾਤ ਮਾਣ ਧਰ ਜਨਮ ਨਾ ਹੋਵੋ। ਇਹ ਜਿਹੜਾ ਜਨਮ ਹੈ ਜ਼ਾਇਆ ਨਾ ਹੋ ਜਾਵੇ। ਕਰਹੁ ਭਗਤੇ ਪ੍ਰਭ ਸਭ ਮਹਿ ਜੋਬਹੁ। ਔਰ ਇਸ ਤਰ੍ਹਾਂ ਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਕਰੋ। ਇਹ ਭਾਈ ਮਹਾਨ ਇਹ ਗੁਰਸਿੱਖ ਜਿਸ ਨੂੰ ਮਹਾਰਾਜ ਨੇ ਕਸ਼ਮੀਰ ਭੇਜਿਆ ਹੈ, ਭਾਈ ਮਾਧੋ ਸੋਢੀ, ਉਹਨਾਂ ਬ੍ਰਾਹਮਣਾਂ ਨੂੰ ਪ੍ਰੇਮ ਨਾਲ ਕਹਿੰਦਾ ਪਿਆ, ਬੜੇ ਪ੍ਰੇਮ ਨਾਲ ਇਹ ਬਚਨ ਸਾਂਝੇ ਕਰ ਰਿਹਾ ਹੈ। ਕਹਿ ਪੰਡਤ ਹਮ ਭਖ ਕਹਿ। ਆਖਣ ਲੱਗੇ ਪੰਡਤ ਠੀਕ ਹੈ, ਫਿਰ ਅਸੀਂ ਜਿਹੜੀ ਹੈ ਭਾਖਾ ਕਹਿੰਦੇ ਹਾਂ। ਮੂਡਨ ਸਮਝਾਵਨ ਕੋ ਚਹਿ। ਅਸੀਂ ਜਿਹੜੇ ਸਰਲ ਬੋਲ ਕਹਿੰਦੇ ਆ, ਪਹਿਲੇ ਸੰਸਕ੍ਰਿਤ ਦੇ ਸ਼ਲੋਕ ਪੜ੍ਹਦੇ ਆ, ਇਹ ਅਸੀਂ ਮੂੜ ਬੰਦਿਆਂ ਨੂੰ ਸਮਝਾਉਣ ਵਾਸਤੇ ਕਹਿੰਦੇ। ਹੁਣ ਦੇਖੋ, ਇਹ ਵੀ ਕਹਿਣਾ ਵੀ ਅਗਲਾ ਮੂੜ ਹੈ, ਇਹ ਵੀ ਤਾਂ ਅਭਿਮਾਨ ਹੈ ਬਈ ਇਹਨਾਂ ਮੂੜ ਬੰਦਿਆਂ ਨੂੰ ਸਮਝਾਉਂਦੇ ਪਏ।
ਆਪ ਮਹਾਰਾਜ ਦੇ ਬੋਲ ਸੁਣ ਰਹੇ ਹੋ, ਕੋਈ ਘੱਟ ਸਮਝ ਰੱਖਦਾ, ਕੋਈ ਵੱਧ ਸਮਝ ਰੱਖਦਾ, ਪਰ ਤੁਹਾਨੂੰ ਅੱਜ ਤੱਕ ਕਿਸੇ ਨੇ ਇਹ ਤੇ ਨਹੀਂ ਨਾ ਕਿਹਾ ਵੀ ਮੂਰਖੋ ਤੁਹਾਨੂੰ ਅਸੀਂ ਕਥਾ ਸੁਣਾ ਰਹੇ ਹਾਂ, ਮੂਰਖੋ ਤੁਹਾਨੂੰ ਕੀਰਤਨ ਸੁਣਾ ਰਹੇ ਹਾਂ, ਮੂਰਖੋ ਤੁਹਾਨੂੰ ਗਿਆਨ ਦੀ ਗੱਲ ਦੱਸਦੇ ਪਏ ਹਾਂ। ਸਾਨੂੰ ਨਹੀਂ ਕਿਸੇ ਕਿਹਾ। ਅਸੀਂ ਭਾਵੇਂ ਪੜ੍ਹੇ ਹੋਈਏ, ਅਨਪੜ੍ਹ ਹੋਈਏ, ਬਾਲਕ ਹੋਈਏ, ਬਿਰਧ ਹੋਈਏ, ਤਰੁਣਾ ਅਵਸਥਾ ਵਿੱਚ ਹੋਈਏ, ਸਾਨੂੰ ਕਿਤਨੇ ਮਾਣ ਨਾਲ ਇਹ ਬੋਲ ਕਹਿ ਕੇ ਮੁਖਾਤਬ ਹੋਇਆ ਜਾਂਦਾ ਹੈ ਬਈ ਗੁਰੂ ਰੂਪ ਸਾਧ ਸੰਗਤ ਜੀ। ਕੋਈ ਮੂੜ ਤੇ ਨਹੀਂ ਨਾ ਕਹਿੰਦਾ। ਇਹ ਦੂਜਿਆਂ ਨੂੰ ਮੂੜ ਕਹਿਣਾ ਸਾਧ ਸੰਗਤ, ਇਹ ਵੀ ਤਾਂ ਅਪਮਾਨ ਹੈ ਨਾ ਅਗਲੇ ਦਾ। ਤੇ ਜਿਸ ਵਿਦਿਆ ਨੇ ਸਾਨੂੰ ਇਹ ਸਿਖਾਇਆ ਹੋਵੇ ਕਿ ਮੈਂ ਸਿਆਣਾ, ਅਗਲਾ ਮੂੜ, ਉਸ ਵਿਦਿਆ ਦਾ ਕੀ ਲਾਭ ਹੋ ਸਕਦਾ? ਕਈ ਵਾਰੀ ਕੋਈ ਸੋਚੇ ਬਈ ਬੰਦਾ ਸ਼ਾਇਦ ਅਗਲਾ ਗੱਲ ਨਹੀਂ ਸਮਝਦਾ। ਸੰਗਤ ਵਿੱਚ ਬੜੇ ਬੜੇ ਸਿਆਣੇ ਲੋਕ ਆਉਂਦੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਜਗ੍ਹਾ ਮੈਂ ਗਾਉਂ ਦੇਹਾਤ ਵਿੱਚ ਬੋਲ ਰਿਹਾ ਸੀ ਤੇ ਮੇਰੇ ਮਨ ਵਿੱਚ ਇੱਕ ਗੱਲ ਆਈ। ਪਹਿਲੇ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਆਇਆ ਤੇ ਉਸ ਨੂੰ ਮੈਂ ਕਿਹਾ ਜੇ ਮੈਂ ਇਹ ਸੁਣਾਇਆ ਸ਼ਾਇਦ ਨਾ ਸਮਝਣ, ਨਾ ਪਤਾ ਚੱਲੇ, ਮੈਂ ਉਸ ਨੂੰ ਰੋਕ ਕੇ ਤੇ ਹੋਰ ਕੋਈ ਬਚਨ ਸੁਣਾ ਦਿੱਤਾ। ਮੈਂ ਚੱਲਦਾ ਜਾ ਰਿਹਾ ਸੀ ਸੈਰ ਕਰਨ ਵਾਸਤੇ ਤੇ ਪਿੱਛੋਂ ਇੱਕ ਸੱਜਣ ਨੇ ਮੈਨੂੰ ਆਵਾਜ਼ ਦਿੱਤੀ। ਮੈਨੂੰ ਕਹਿਣ ਲੱਗਾ, ਭਾਈ ਸਾਹਿਬ ਸੁਮਾ ਹਾਲ 'ਚ ਅਸਤ। ਮੈਂ ਕਿਹਾ ਤੇ ਫਾਰਸੀ ਬੋਲਦਾ ਪਿਆ। ਮੈਂ ਕਿਹਾ ਮਨ ਖੁਸ਼ਹਾਲ ਅਸਤ, ਖੁਸ਼ਹਾਲ ਅਮ। ਤੇ ਮੈਂ ਉਸ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇਹ ਕਿੱਥੋਂ ਸਿੱਖਿਆ? ਕਹਿੰਦਾ ਜੀ ਮੈਂ ਰਿਹਾ ਹਾਂ ਉੱਧਰ ਜਿੱਧਰ ਫਾਰਸੀ ਹੀ ਬੋਲੀ ਜਾਂਦੀ, ਤੇ ਮੈਂ ਤੁਹਾਡੇ ਕੋਲੋਂ ਭਾਈ ਸਾਹਿਬ ਜੀ ਦੇ ਬੋਲ ਸੁਣਨਾ ਚਾਹੁੰਦਾ। ਸੱਚ ਜਾਣਨਾ ਮੇਰੇ ਮਨ ਵਿੱਚ ਆਪਣੇ ਪ੍ਰਤੀ ਇਹ ਬੋਲ ਆਏ, ਇਹ ਵਿਚਾਰ ਆਇਆ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਤੈਨੂੰ ਕਿਹਾ ਬਈ ਇਹ ਨਾ ਸੋਚ ਬਈ ਖੁਰੇ ਅਗਲਾ ਸਮਝਦਾ ਕਿ ਨਹੀਂ ਸਮਝਦਾ, ਤੇ ਜੋ ਹਿਰਦੇ ਵਿੱਚ ਗੁਰੂ ਵਿਚਾਰ ਆਉਣ ਉਹ ਸੁਣਾਇਆ ਕਰ। ਤੇਰੇ ਨਾਲੋਂ ਬਹੁਤ ਸਿਆਣੇ ਬੈਠੇ ਹੁੰਦੇ। ਤਾਂ ਹੀ ਤਾਂ ਮਹਾਰਾਜ ਦੇ ਘਰ ਵਿੱਚ ਇਹ ਬੋਲ ਨੇ, ਗੁਰੂ ਰੂਪ ਸਾਧ ਸੰਗਤ। ਉਹ ਬ੍ਰਾਹਮਣ ਕਹਿਣ ਲੱਗੇ ਅਸੀਂ ਪਹਿਲਾਂ ਸ਼ਲੋਕ ਪੜ੍ਹਦੇ ਹਾਂ ਤੇ ਫਿਰ ਮੂੜ ਲੋਕਾਂ ਨੂੰ ਸਮਝਾਉਣ ਲਈ ਉਹਦੀ ਵਿਆਖਿਆ ਕਰ, ਮੂਰਖਾਂ ਨੂੰ, ਅਗਿਆਨੀਆਂ ਨੂੰ ਸਮਝਾਉਣ ਲਈ। ਤੇ ਸਾਧ ਸੰਗਤ ਜਿਹਨੂੰ ਪਹਿਲੇ ਹੀ ਅਗਿਆਨੀ ਸਮਝ ਲਈਏ, ਉਸ ਬਾਰੇ ਅੰਦਰ ਸਨਮਾਨ ਆਇਆ ਕਿ ਅਪਮਾਨ ਆਇਆ? ਤੇ ਜੇ ਆਪਣੇ ਅੰਦਰ ਦੂਜਿਆਂ ਪ੍ਰਤੀ ਅਪਮਾਨ ਹੈ ਤੇ ਫਿਰ ਭਗਵਾਨ ਦਾ ਮਿਲਾਪ ਨਹੀਂ ਹੋ ਸਕਦਾ। ਸੁਨ ਮਾਧੋ ਨੇ ਫੇਰ ਬਖਾਨਾ। ਜਦ ਭਾਈ ਮਾਧੋ ਜੀ ਨੇ ਬਚਨ ਸੁਣੇ ਕਿ ਮੂੜ ਲੋਕਾਂ ਨੂੰ ਸਮਝਾਉਣ ਲਈ ਕਰਦੇ ਹਾਂ, ਤਾਂ ਇਹ ਬੋਲ ਨਿਮਰਤਾ ਪੂਰਵਕ ਆਖੇ, ਪਾਰ ਬ੍ਰਹਮ ਕਰਤਾਰ ਮਹਾਨਾ। ਆਖਣ ਲੱਗੇ ਪਾਰ ਬ੍ਰਹਮ ਪਰਮੇਸ਼ਰ ਵਰਗਾ ਹੋਰ ਕੋਈ ਮਹਾਨ ਹੈ ਨਹੀਂ। ਉਹ ਸਭ ਤੋਂ ਮਹਾਨ ਹੈ, ਉਹ ਸਭ ਤੋਂ ਵੱਡਾ ਹੈ, ਉਹ ਸਭ ਦਾ ਕਰਤਾ ਹੈ, ਸਾਰਿਆਂ ਨੂੰ ਪਾਲਣ ਵਾਲਾ, ਪੈਦਾ ਕਰਨ ਵਾਲਾ ਤੇ ਸੰਭਾਲਣ ਵਾਲਾ, ਆਪਣੇ ਵਿੱਚ ਲੈ ਕਰ ਲੈਣ ਵਾਲਾ ਮਹਾਨ ਹੈ। ਉਸ ਤੋਂ ਮਹਾਨ ਹੋਰ ਕੋਈ ਵੀ ਨਹੀਂ ਹੈਗਾ। ਜਿਤਨੇ ਮਹਾਂਪੁਰਖ ਸਿੱਖ ਜਗਤ ਵਿੱਚ ਹੋਏ ਨੇ, ਉਹਨਾਂ ਨੂੰ ਮਤਲਬ ਮਹਾਨ ਪੁਰਖ ਬਣਾਉਣ ਵਾਲਾ ਕੌਣ ਹੈਗਾ? ਅਸੀਂ ਕਹਿੰਦੇ ਹਾਂ ਸਾਨੂੰ ਫਲਾਣੇ ਮਹਾਂਪੁਰਖ ਦੀ ਸੰਗਤ ਮਿਲੀ, ਠੀਕ, ਉਹਨਾਂ ਦਾ ਜੀਵਨ ਮਹਾਨ ਹੈ, ਉਹਨਾਂ ਦੀ ਸੰਗਤ ਨੇ ਮਹਾਨਤਾ ਦੇ ਗੁਣ ਦਰਸਾਏ, ਤੇ ਉਹਨਾਂ ਨੂੰ ਮਹਾਨ ਕਰਨ ਵਾਲਾ, ਅੱਗੋਂ ਉਹਨਾਂ ਨੂੰ ਮਹਾਨ ਕਰਨ ਵਾਲਾ, ਜਿਨ੍ਹਾਂ ਨੇ ਉਹਨਾਂ ਨੂੰ ਮਹਾਨ ਕੀਤਾ, ਉਹਨਾਂ ਨੂੰ ਮਹਾਨ ਕਰਨ ਵਾਲਾ ਕੌਣ ਹੈ? ਤੇ ਫਿਰ ਗੱਲ ਦਾ ਨਿਰਣਾ ਇਹ ਹੁੰਦਾ ਹੈ ਕਿ ਸਾਰਿਆਂ ਨੂੰ ਮਹਾਨ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹਨਾਂ ਕੋਲੋਂ ਜਪ ਕੇ, ਸੁਣ ਕੇ, ਪੜ੍ਹ ਕੇ, ਮਾਰਗ ਦਰਸ਼ਨ ਲੈ ਕੇ ਹੀ
ਕੋਈ ਸੰਤ ਬਣਿਆ, ਕੋਈ ਭਗਤ ਬਣਿਆ, ਕੋਈ ਬ੍ਰਹਮ ਗਿਆਨੀ ਬਣਿਆ। ਬਣ ਰਹੇ ਹਨ, ਬਣਦੇ ਰਹਿਣਗੇ। ਉਹ ਸਾਡਾ ਮਹਾਨ ਮਾਰਗਦਰਸ਼ਕ ਅਗਰ ਕੋਈ ਹੈ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਸਾਨੂੰ ਮਿਹਰ ਨਾਲ ਨਿਵਾਸ ਦਿੰਦੇ ਹਨ। ਇਸ ਲਈ ਭਾਈ ਸਾਹਿਬ ਨੇ ਕਿਹਾ, ਪਾਰ ਬ੍ਰਹਮ ਕਰਤਾਰ ਕਰਤਾ ਪੁਰਖ ਮਹਾਨ ਤੋਂ ਵੀ ਮਹਾਨ ਹੈ। ਜਿਸ ਕੇ ਸਵਾਸ ਵੇਦ ਸਭ ਜੋਵਾ। ਤੁਹਾਡੀ ਮਤ ਅਨੁਸਾਰ ਵੇਦ ਬਚਨਾਂ ਨੂੰ ਪਰਮਾਤਮਾ ਦੇ ਸਵਾਸ ਆਖਿਆ ਜਾਂਦਾ। ਬਈ ਪਰਮਾਤਮਾ ਵੇਦਾਂ ਕਰਕੇ ਜੀ ਰਿਹਾ। ਸੱਚ ਜਾਣਨਾ, ਪਰਮਾਤਮਾ ਸਾਰੇ ਜੀਵ ਧਾਰੀਆਂ ਦੇ ਸਵਾਸ ਪਰਮਾਤਮਾ ਹੀ। ਉਹੀ ਸਾਡੀ ਜਾਨ, ਸਾਡੇ ਪ੍ਰਾਣ, ਸਾਡਾ ਮਾਣ ਸਨਮਾਨ। ਉਹਨਾਂ ਮੁਤਾਬਕ ਵਿਰਾਟ ਸਰੂਪ ਪਰਮਾਤਮਾ ਦੇ ਪ੍ਰਾਣ ਹਨ ਵੇਦ। ਭਾਈ ਜੀ ਨੇ ਐਸਾ ਆਖਿਆ, ਤੁਸੀਂ ਮੰਨਦੇ ਹੋ ਇਸ ਤਰ੍ਹਾਂ? ਸੋ ਸਰੂਪ ਸ੍ਰੀ ਨਾਨਕ ਹੋਵਾ। ਉਹ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਪਾਰ ਬ੍ਰਹਮ ਪਰਮੇਸ਼ਰ ਆਪ ਗੁਰੂ ਨਾਨਕ ਹੋ ਕੇ ਜਗਤ ਤੇ ਪਧਾਰੇ ਹਨ। ਕਲ ਮਹਿਮਤ ਬਹੀਨ ਨਰ ਜਾਣੇ। ਕਲਯੁਗ ਦੇ ਵਿੱਚ ਜਿਹੜੇ ਮਨੁੱਖ ਨਰ ਬਹੀਨ ਵੀ ਹਨ, ਜਿਹੜੇ ਮਤ ਬਹੀਨ ਵੀ ਹਨ, ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਭਾਖਾ ਬਿਖੈ ਕਹਿਓ ਕਲਿਆਣੇ। ਪਾਰ ਬ੍ਰਹਮ ਪਰਮੇਸ਼ਰ ਜੋਤ ਗੁਰੂ ਨਾਨਕ ਨੇ ਸਰਲ ਭਾਸ਼ਾ 'ਚ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ, ਉਹਦੇ ਨਾਮ ਦੀ ਬਰਕਤ, ਉਹਦੇ ਨਾਮ ਦੀ ਵਡਿਆਈ ਸਮਝਾ ਕੇ ਕਲਿਆਣ ਕੀਤਾ ਹੈ। ਗੁਰੂ ਸ਼ਬਦ ਤੇ ਹੋਏ ਮਨ ਨੀਵਾ। ਉਹਨਾਂ ਕਿਹਾ ਫਿਰ ਇਹ ਸ਼ਬਦ ਪੜਨ ਨਾਲ ਹੋਏਗਾ ਕੀ? ਭਾਈ ਸਾਹਿਬ ਕਹਿੰਦੇ ਨੇ ਉਹ ਇਹੀ ਹੋਵੇਗਾ ਕਿ ਮਨ ਨੀਵਾ ਹੋ ਜਾਏ, ਮਨ ਨਿਰਮਾਣਤਾ ਨਾਲ ਭਰ ਜਾਏਗਾ। ਭਾਈ ਜੀ ਦੇ ਬੋਲ ਨੇ, ਦਰਗਾਹ ਮਾਣ ਨਿਮਾਣਾ ਪਾਵੇ। ਫਿਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਮਨ ਤੂੰ ਮਤ ਮਾਣ ਕਰੈ ਜੇ ਹਉ ਕਿਸ ਜਾਣਦਾ। ਬਈ ਮੈਨੂੰ ਕੁਝ ਪਤਾ ਹੈ, ਮੈਂ ਕੁਝ ਜਾਣਦਾ ਹਾਂ, ਮੈਨੂੰ ਕੋਈ ਸਮਝ ਹੈ। ਗੁਰਮੁਖ ਨਿਮਾਣਾ ਹੋ, ਦਰਗਾਹ ਮਾਣ ਨਿਮਾਣਾ ਪਾਵੇ। ਇਸ ਲਈ ਗੁਰੂ ਦੇ ਸ਼ਬਦ ਦੀ ਬਰਕਤ ਸਦਕਾ ਮਨ ਨੀਵਾਂ ਮਤ ਉੱਚੀ ਹੋ ਜਾਂਦੀ ਹੈ। ਸੰਸਕ੍ਰਿਤ ਤੇ ਮਾਨ ਬਧੀਵਾ। ਜੇ ਗੁਰੂ ਦੇ ਸ਼ਬਦ ਨਾਲ ਨਾ ਜੁੜੀਏ, ਸਿਰਫ ਸੰਸਕ੍ਰਿਤ ਨਾਲ ਜੁੜੀਏ ਜਾਂ ਕਿਸੇ ਵੀ ਭਾਸ਼ਾ ਨਾਲ ਜੁੜੀਏ, ਤਾਂ ਸਿਰਫ ਮਾਣ ਹੀ ਵਧੇਗਾ। ਜਿਨ ਮਾਨੀ ਸ੍ਰੀ ਸਤਿਗੁਰ ਬਾਣੀ। ਭਾਈ ਸਾਹਿਬ ਕਹਿਣ ਲੱਗੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਬਾਣੀ ਨੂੰ ਮੰਨਿਆ, ਮਾਣ ਯੋਗ ਸਮਝਦੇ ਹੋਏ ਨਮਸਕਾਰ ਕੀਤੀ ਹੈ। ਸਰਬ ਸਕਤ ਜੁਤ ਭੇ ਬ੍ਰਹਮ ਗਿਆਨੀ। ਉਹ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਸਾਰੀਆਂ ਸ਼ਕਤੀਆਂ ਦੇ ਮਾਲਕ ਹੋਏ ਤੇ ਉਹਨਾਂ ਨੂੰ ਬ੍ਰਹਮ ਦ੍ਰਿਸ਼ਟੀ ਆਇਆ, ਬ੍ਰਹਮ ਗਿਆਨ ਪ੍ਰਾਪਤ ਹੋਇਆ। ਦੇਸ ਵਿਦੇਸਨ ਮਹਿ ਵਿਦਤਾਏ। ਐਸੇ ਪੁਰਖ ਸਾਰੀ ਦੁਨੀਆ ਵਿੱਚ ਜਾਣੇ ਗਏ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਸ ਨੂੰ ਛੁਪਾਇਆ ਵੀ ਛੁਪਾਇਆ ਨਹੀਂ ਜਾ ਸਕਦਾ। ਰਤਨ ਲੁਕਾਇਆ ਲੁਕੈ ਨਾਹੀਂ। ਭਾਵੇਂ ਕੋਈ ਯਤਨ ਕਰੇ, ਜੇ ਕੋ ਰੱਖੇ ਲੁਕਾਈ, ਲੁਕਾਉਣ ਦਾ ਯਤਨ ਕਰੇ, ਉਹ ਫਿਰ ਵੀ ਪ੍ਰਗਟ ਹੋ ਜਾਂਦਾ ਹੈ। ਧਨ ਧਰਤੀ ਵਿੱਚ ਦੱਬੀਏ ਮੱਥੇ ਪ੍ਰਵਾਨ। ਪੈਸਾ ਕੋਲ ਹੋਵੇ ਨਾ ਬੰਦੇ ਦੇ, ਤੇ ਭਾਵੇਂ ਉਸਨੇ ਗਹਿਰਾ ਖੱਡਾ ਕੱਢ ਕੇ ਦੱਬਿਆ ਹੋਇਆ। ਪੁਰਾਣੇ ਜ਼ਮਾਨੇ 'ਚ ਭਾਂਡੇ 'ਚ ਪਾ ਕੇ ਦੱਬ ਦਿੰਦੇ ਸੀ। ਖਜ਼ਾਨੇ ਇਸ ਤਰ੍ਹਾਂ ਬਾਦਸ਼ਾਹ ਰੱਖ ਲੈਂਦੇ ਥੱਲੇ ਲੁਕਾ ਕੇ, ਬਈ ਕਿਤੇ ਲੋੜ ਵੇਲੇ ਕੰਮ ਆ ਜਾਣ, ਜਾਂ ਕੋਈ ਹਮਲਾ ਹੋ ਜਾਏ ਤੇ ਫੜੇ ਨਾ ਜਾਣ, ਲੁੱਟੇ ਨਾ ਜਾਣ। ਪਰ ਮਸਤਕ ਤੇ ਉਹਦੀ ਡਲਕ ਦਿਖਦੀ ਹੈ ਵੀ ਧਨਵਾਨ ਬੰਦਾ ਹੈਗਾ, ਇਹਦੇ ਕੋਲ 4 ਕੌਡੀਆਂ ਹੈਗੀਆਂ। ਉਹਦੀ ਬੇਪਰਵਾਹੀ, ਉਹਦੀ ਮਸਤੀ, ਉਹਦੀ ਖੁਮਾਰੀ ਦੱਸਦੀ। ਐਸੇ ਤਰ੍ਹਾਂ ਜਿਹੜੇ ਨਾਮ ਜਪਦੇ ਨੇ, ਉਹਨਾਂ ਦੇ ਮਸਤਕ ਤੇ ਵੀ ਉਹ ਡਲਕ ਦਿਖਾਈ ਪੈਣ ਲੱਗ ਪੈਂਦੀ।
ਉਹ ਪਤਾ ਚੱਲ ਜਾਂਦਾ ਹੈ ਕਿ ਇਹਦੇ ਕੋਲ ਕਣੀ ਹੈ ਕਿ ਨਹੀਂ ਹੈ। ਤੇ ਬਹੁਤੇ ਭੇਖੀ ਐਵੇਂ ਹੀ ਬਣੇ ਹੋਏ ਨੇ, ਉਹ ਵੀ ਪਤਾ ਚੱਲ ਜਾਂਦਾ ਹੈ। ਛਪੇ ਨਹੀਂ ਉਬਰੇ ਸਮੁਦਾਏ, ਉਹ ਦੇਸ਼ਾਂ ਵਿਦੇਸ਼ਾਂ ਵਿੱਚ ਨਾਮ ਜਪ ਕੇ ਬ੍ਰਹਮ ਗਿਆਨੀ ਹੋ ਗਏ ਤੇ ਉਹਨਾਂ ਨੂੰ ਛੁਪਾਇਆ ਨਹੀਂ ਜਾ ਸਕਿਆ। ਉਹ ਸਭ ਪਾਸੇ ਉਭਰੇ ਦਿਖਾਈ ਪੈਂਦੇ ਹਨ। ਇਤਿਆਦਕ ਕਹਿ ਬਹੁ ਸਮਝਾਏ, ਜਿਸ ਤਰ੍ਹਾਂ ਰਵਿਦਾਸ ਜੀ ਮਹਾਰਾਜ, ਨਾਮਦੇਵ ਜੀ ਮਹਾਰਾਜ, ਕਬੀਰ ਜੀ, ਸਦਨਾ ਜੀ, ਤਰਲੋਚਨ ਜੀ ਆਦਿਕ, ਸੂਰਦਾਸ ਜੀ। ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਸਾੜ ਮਨ ਹਰ ਬੇਮੁਖਨ ਕੋ ਸੰਗ। ਤੇ ਇੱਕ ਪੰਕਤੀ ਹੋਈ ਤੇ ਕੀ ਹੋਇਆ? ਸੀਸ ਤੇ ਚੌਰ ਤੇ ਉਹੀ ਝੁੱਲ ਰਿਹਾ ਨਾ ਜਿਹੜਾ ਗੁਰੂ ਨਾਨਕ ਦੇ ਝੁੱਲ ਰਿਹਾ। ਇੱਕ ਪੰਕਤੀ ਹੋਈ ਤੇ ਕੀ ਹੋਇਆ? ਸਿੰਘਾਸਣ ਤਾਂ ਉਸੇ ਤੇ ਹੀ ਬੈਠੇ ਨੇ ਨਾ ਜਿਸ ਸਿੰਘਾਸਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ। ਇਹ ਮਾਣ ਸਨਮਾਨ ਭਗਤਾਂ ਨੂੰ ਪ੍ਰਾਪਤ ਹੁੰਦਾ ਹੈ, ਜਪਣ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ, ਬਾਣੀ ਪੜ੍ਹਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਹੋਰ ਵੀ ਕਈ ਦਲੀਲਾਂ ਦੇ ਕੇ ਭਾਈ ਮਰਦੋ ਸਾਹਿਬ ਸੋਢੀ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਹੈ। ਬਚਨ ਪ੍ਰਤਾਪ ਭਏ ਸਿੱਖ ਆਏ, ਤੇ ਫਿਰ ਬਚਨਾਂ ਦਾ ਪ੍ਰਤਾਪ ਇਹ ਹੋਇਆ। ਇੰਨਾ ਸਮਾਂ ਗੱਲਬਾਤ ਕਰਨ ਨਾਲ, ਵਿਚਾਰਨ ਨਾਲ, ਪ੍ਰੇਮ ਨਾਲ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਨਾਲ ਪ੍ਰਭਾਵ ਕੀ ਪਿਆ? ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਜਿਤਨੇ ਘਰਾਂ 'ਚ ਵੀ ਸੁਣ ਰਹੇ ਹੋ ਨਾ, ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਦੀ ਬਰਕਤ, ਉਹਨਾਂ ਦੀ ਜ਼ੁਬਾਨ ਤੇ ਐਸਾ ਬਲ ਆਇਆ, ਉਹ ਬਚਨਾਂ ਦਾ ਪ੍ਰਤਾਪ ਇਹ ਹੋਇਆ ਜਿਹੜੇ ਪਹਿਲਾਂ ਬੋਲਣ ਨਹੀਂ ਦੇ ਰਹੇ ਸਨ, ਬਾਣੀ ਪੜ੍ਹਨ ਦਾ ਵਿਰੋਧ ਕਰ ਰਹੇ ਸਨ, ਕਹਿੰਦੇ ਸਨ ਸਰਲ ਭਾਸ਼ਾ ਹੈ, ਉਹ ਸਾਰੇ ਦੇ ਸਾਰੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਿੱਖ ਬਣ ਗਏ। ਦੇਖੋ ਕਿੰਨੀ ਵੱਡੀ ਪ੍ਰਾਪਤੀ ਹੋਈ। ਲੜਨਾ ਨਹੀਂ ਹੈ, ਝਗੜਨਾ ਨਹੀਂ ਹੈ, ਵਿਚਾਰ ਕਰਨੀ ਹੈ, ਬਚਨ ਕਰਨੇ। ਜੇ ਗੁਰੂ ਦਾ ਭਰੋਸਾ ਹੋਵੇ ਤੇ ਮਨਮਤੀਆ ਵੀ ਗੁਰਮਤੀਆ ਬਣ ਜਾਂਦਾ, ਤੇ ਜੇ ਭਰੋਸਾ ਨਾ ਹੋਵੇ, ਭਾਵੇਂ ਲਿਬਾਸ ਗੁਰਮਤੀਆ ਹੀ ਪਾਇਆ ਹੋਵੇ, ਤੁਹਾਨੂੰ ਬੜੇ ਇਹੋ ਜਿਹੇ ਮਿਲ ਜਾਣਗੇ ਜਿਨ੍ਹਾਂ ਦਾ ਲਿਬਾਸ ਤਾਂ ਹੈਗਾ ਪਰ ਅਭਿਆਸ ਕੋਈ ਨਹੀਂ, ਅੰਦਰੋਂ ਈਰਖਾ ਨਾਲ ਭਰੇ ਹੋਏ, ਵੈਰ ਵਿਰੋਧ ਨਾਲ ਭਰੇ ਹੋਏ, ਹਰ ਗੱਲ ਨੂੰ ਨੀਵਾਂ ਕਰਨ ਦਾ ਯਤਨ ਕਰਦੇ ਹੋਏ ਦਿਖਾਈ ਪੈਣ। ਕਿਉਂਕਿ ਜਾਪ ਹੈ ਨਹੀਂ, ਅੰਮ੍ਰਿਤ ਵੇਲਾ ਹੈ ਨਹੀਂ, ਔਰ ਗੁਰੂ ਦੀ ਸਿੱਖੀ ਦਾ ਲਿਬਾਸ ਹੀ ਹੈ, ਭੇਖ ਹੀ ਹੈ। ਤੇ ਜੋਤਸ਼ੀਆਂ ਕੋਲ ਵੀ ਫਿਰਨਗੇ, ਜਾ ਕੇ ਦੇਖੋ ਪਤਾ ਚੱਲ ਜਾਏਗਾ। ਘਰਾਂ ਵਿੱਚ ਤਵੀਜ਼ ਟੰਗੇ ਹੋਏ ਨੇ, ਕਿਸੇ ਨੇ ਘੋੜੇ ਦੀ ਨਾਲ ਟੰਗੀ ਹੋਈ, ਕਿਸੇ ਨੇ ਜੋਤਸ਼ੀਆਂ ਦੇ ਸੀਸੇ ਆਪਣੇ ਘਰਾਂ ਤੇ ਲਾਏ ਹੋਏ ਨੇ। ਅਖੇ ਜੀ ਇਹਦੇ ਨਾਲ ਬੜੀ ਰਿਸ਼ਮਾ ਆ ਜਾਂਦੀ ਨੇ, ਖਾਕ ਆ ਜਾਂਦੀ ਹੈ। ਜੋ ਬਰਕਤਾਂ ਗੁਰੂ ਦੇ ਨਾਮ ਨਾਲ ਆਉਂਦੀਆਂ ਨੇ ਉਹ ਪਖੰਡਾਂ ਨਾਲ ਨਹੀਂ ਆਉਂਦੀਆਂ। ਇਸ ਢੰਗ ਨਾਲ ਕਈ ਐਸੇ ਮਿਲ ਜਾਣਗੇ ਜਿਹੜੇ ਬੜੇ ਗੁਰਮਤ ਦੇ ਝੰਡਾ ਬਰਦਾਰ, ਪਰ ਉਹਨਾਂ ਨੂੰ ਪਤਾ, ਦੇਖ ਲਓ ਉਹਨਾਂ ਦੇ ਹੱਥਾਂ ਵਿੱਚ ਜੋਤਸ਼ੀਆਂ ਦੀਆਂ ਅੰਗੂਠੀਆਂ ਪਾਈਆਂ ਹੋਈਆਂ, ਗਲਾਂ 'ਚ ਤਵੀਜ਼ ਪਾਏ ਹੋਏ, ਘਰਾਂ ਵਿੱਚ ਤਵੀਜ਼ ਲਟਕਾਏ ਹੋਏ। ਇਹਦਾ ਮਤਲਬ ਹੈ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਮੈਂ ਐਸੇ ਵੀ ਗੁਰਸਿੱਖਾਂ ਦੇ ਘਰਾਂ ਜਾ ਕੇ ਦੇਖਿਆ, ਸਾਰਾ ਦਿਨ ਬਾਣੀ ਦਾ ਪਾਠ ਹੀ ਚੱਲਦਾ ਰਿਹਾ, ਸਿਰਫ ਬਾਣੀ ਸੁਣਦੇ ਨੇ, ਬਾਣੀ ਪੜ੍ਹਦੇ ਨੇ, ਤੇ ਬਾਣੀ ਉਹਨਾਂ ਨੂੰ ਬ੍ਰਹਮ ਰੂਪ ਬਣਾ ਦਿੰਦੀ ਹੈ। ਸਾਰੀ ਦੁਨੀਆ ਜਿਨ੍ਹਾਂ ਬਰਕਤਾਂ ਨੂੰ ਲੱਭਦੀ ਫਿਰਦੀ ਹੈ, ਉਹ ਬਾਣੀ ਪੜ੍ਹਨ ਵਾਲਿਆਂ ਦੇ ਚਰਨਾਂ ਵਿੱਚ ਆ ਜਾਂਦੀ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕੁਛ ਤਿਸ ਕੇ ਗ੍ਰਹਿਓ ਮੈਂ ਆਇਆ।
ਉਹਦੇ ਘਰ ਵਿੱਚ ਸਭ ਬਰਕਤਾਂ ਆ ਜਾਂਦੀਆਂ ਹਨ। ਕਥਾ ਕੀਰਤਨ ਦੋਨੋਂ ਕਾਲ। ਇਹ ਸਾਰੇ ਦੇ ਸਾਰੇ ਸਜਦਾ ਕਰਨ ਲੱਗ ਪਏ, ਆਖੇ ਅਸੀਂ ਤੁਹਾਡੇ ਸਿੱਖ ਹੋਏ, ਤੁਹਾਨੂੰ ਗੁਰੂ ਮੰਨਦੇ। ਭਾਈ ਮਾਧੋ ਕਹਿਣ ਲੱਗੇ, ਨਹੀਂ, ਗੁਰੂ ਬਣਨਾ ਤਾਂ ਕਿਧਰੇ ਰਹਿ ਗਿਆ, ਮੈਨੂੰ ਤਾਂ ਹਾਲੇ ਸਿੱਖੀ ਦੀ ਵੀ ਸਮਝ ਨਹੀਂ ਆਈ। ਇੰਤਹਾਈ ਨਿਰਮਾਣਤਾ ਹੈ, ਜਾਣਦੇ ਨੇ ਕਿ ਮੇਰੇ ਬੋਲਾਂ ਜੋ ਬਰਕਤ ਹੈ ਉਹ ਮੇਰੇ ਗਿਆਨ ਕਰਕੇ ਨਹੀਂ, ਉਹ ਗੁਰੂ ਅਰਜਨ ਦੇਵ ਜੀ ਦੇ ਬਖਸ਼ੇ ਦਾਨ ਕਰਕੇ ਹੈਗੀ। ਉਹਨਾਂ ਨੇ ਦਾਨ ਝੋਲੀ ਵਿੱਚ ਪਾਇਆ ਹੈ। ਇਸ ਲਈ ਦੋਵੇਂ ਵੇਲੇ ਫਿਰ ਕਥਾ ਕੀਰਤਨ ਚੱਲ ਪਿਆ। ਉਹ ਜਿਹੜੇ ਵਿਰੋਧੀ ਸਨ ਉਹ ਵੀ ਸਹਿਯੋਗੀ ਬਣ ਗਏ। ਕੋਈ ਪੱਖਾ ਝੱਲਣ ਲੱਗ ਪਿਆ ਹੋਵੇਗਾ, ਕੋਈ ਜਲ ਛਕਾਉਣ ਲੱਗ ਪਿਆ ਹੋਵੇਗਾ, ਕੋਈ ਦਰੀਆਂ ਚਾਦਰਾਂ ਵਿਛਾਉਣ ਲੱਗ ਪਿਆ ਹੋਵੇਗਾ। ਔਰ ਇਸ ਢੰਗ ਨਾਲ ਵਿਰੋਧੀ ਵੀ ਸਹਿਯੋਗੀ ਬਣ ਗਏ। ਹਾਂਜੀ, ਸੁਨ ਹੈ ਕਰ ਹੈ ਤਰ ਪ੍ਰੇਮ ਵਿਸਾਲ। ਬੜੇ ਪ੍ਰੇਮ ਨਾਲ ਸੁਣਦੇ ਹਨ ਔਰ ਜੋ ਸੁਣਾਇਆ ਜਾਂਦਾ ਉਹ ਕਰਦੇ ਹਨ। ਕਥਾ ਕੀਰਤਨ ਵਿਚਾਰ ਹੁੰਦੀ ਹੈ ਤੇ ਕਿਰਦਾਰ ਵਿੱਚ ਆ ਜਾਂਦੀ ਹੈ। ਧਰਮਸਾਲ ਪੁਰ ਬਿਖੈ ਬਣਾਈ। ਫਿਰ ਜਿੱਥੇ ਕਹਿੰਦੇ ਸੀ ਅਸੀਂ ਬਾਣੀ ਨਹੀਂ ਪੜਨ ਦੇਣੀ, ਉਸੇ ਹੀ ਪਿੰਡ ਵਿੱਚ ਫਿਰ ਗੁਰਦੁਆਰਾ ਬਣ ਗਿਆ, ਧਰਮਸ਼ਾਲਾ ਬਣ ਗਈ। ਸੇਵੈ ਸਤ ਸੰਗਤ ਸਮੁਦਾਈ। ਬਹੁਤ ਸੰਗਤ ਆਉਣ ਲੱਗ ਪਈ, ਲੰਗਰ ਚੱਲਣ ਲੱਗ ਪਿਆ, ਦੀਵਾਨ ਸਜਣ ਲੱਗ ਪਏ। ਸਿੱਖਨ ਸੇਵ ਹੋਣ ਤਬ ਲਾਗੀ। ਸਿੱਖਾਂ ਦੁਆਰਾ ਵੀ ਬਹੁਤ ਸੇਵਾ ਹੋ ਰਹੀ ਹੈ ਤੇ ਸਿੱਖਾਂ ਦੀ ਵੀ, ਇਹ ਭਾਈ ਮਾਧੋ ਆਦਿਕ ਜੋ ਹਨ ਇਹਨਾਂ ਦੀ ਵੀ ਸੰਗਤ ਸੇਵਾ ਕਰਨ ਲੱਗ ਪਈ। ਕੋਈ ਪ੍ਰਸ਼ਾਦਾ ਬਣਾ ਕੇ ਲੈ ਆਉਂਦਾ, ਕੋਈ ਬਸਤਰ ਲੈ ਆਉਂਦਾ, ਕੋਈ ਧਨ ਅਰਪਣ ਕਰ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਦੀ ਵੀ ਸੇਵਾ ਬੜੀ ਹੋਣ ਲੱਗ ਪਈ। ਭਏ ਗੁਰੂ ਪਗ ਕੇ ਅਨੁਰਾਗੀ। ਉਹੀ ਜਿਹੜੇ ਵਿਰੋਧ ਕਰਦੇ ਸਨ ਉਹੀ ਸੇਵਾ ਕਰਨ ਲੱਗ ਪਏ ਤੇ ਗੁਰੂ ਪਾਤਸ਼ਾਹ ਜੀ ਦਾ ਪ੍ਰੇਮ ਗੁਰੂ ਚਰਨਾਂ ਦਾ ਉਹਨਾਂ ਦੇ ਮਨ ਵਿੱਚ ਪ੍ਰਵੇਸ਼ ਕਰ ਗਿਆ। ਲੈ ਗੁਰ ਕਾਰ ਦਰਸ ਕੋ ਆਵੈ। ਸਤਿਗੁਰੂ ਜੀ ਦੀ ਕਾਰ ਭੇਟਾ ਭਾਵ ਦਸਵੰਧ, ਇਹ ਗੁਰਸਿੱਖਾਂ ਨੂੰ ਗੁਰੂ ਨੇ ਦਿੱਤਾ ਹੈ, ਹੋਰਨਾਂ ਕੋਲ ਘੱਟ ਹੀ ਮਿਲਦਾ। ਬਾਕੀ ਥਾਈਂ ਤਾਂ ਮੈਰਜ ਕਰਾਂ ਆਪਾ ਹੀ ਜਣਾਇਆ ਜਾਂਦਾ। ਮੈਨੂੰ ਕਿਸੇ ਸੱਜਣ ਨੇ ਫੋਟੋ ਪਾਈ, ਉਹਦੇ ਵਿੱਚ ਕਿਸੇ ਮਰੀਜ਼ ਨੂੰ ਇੱਕ ਕੇਲਾ ਤੇ ਇੱਕ ਸੇਬ ਦਿੰਦੇ ਪਏ, ਇੱਕ ਕੇਲਾ ਤੇ ਇੱਕ ਸੇਬ, ਤੇ 12-13 ਬੰਦੇ ਫੋਟੋ ਖਿਚਾਉਂਦੇ ਪਏ ਇਹਦੇ ਨਾਲ, ਇੱਕ ਕੇਲਾ ਇੱਕ ਸੇਬ ਦੇ। ਚਲੋ ਸ਼ੁਕਰ ਹੈ ਕੁਝ ਦਿੱਤਾ, ਪਰ ਗੁਰੂ ਨਾਨਕ ਦੇ ਘਰੋਂ ਲੰਗਰਾਂ ਦੇ ਦਰਿਆ ਵਗਦੇ ਪਏ, ਜਗ੍ਹਾ ਜਗ੍ਹਾ ਬੜੀ ਸੁੱਚਮ ਨਾਲ ਤਿਆਰ ਕਰਕੇ ਫਿਰ ਗਰੀਬਾਂ ਤੱਕ, ਲੋੜਵੰਦਾਂ ਤੱਕ ਸਨਮਾਨ ਨਾਲ ਪਹੁੰਚਾਇਆ ਜਾ। ਕਿਸੇ ਨੂੰ ਗਰੀਬ ਨਹੀਂ ਕਿਹਾ ਜਾ ਰਿਹਾ, ਕਿਸੇ ਨੂੰ ਨੀਵਾਂ ਨਹੀਂ ਕਿਹਾ ਜਾ ਰਿਹਾ। ਤੇ ਜੇ ਸਿੱਖ ਨੀਵਾਂ ਆਖੇ ਤਾਂ ਫਿਰ ਸਿੱਖ ਕਾਹਦਾ ਹੋਇਆ? ਸਿੱਖ ਤਾਂ ਸਭ ਦਾ ਸਨਮਾਨ ਕਰਦਾ ਔਰ ਰੋਜ਼ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਵੀ ਬੜੀ ਸ਼ਿੱਦਤ ਨਾਲ ਲੰਗਰ ਆਦਿਕ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚਾਉਣ ਦੀ ਸੇਵਾ ਚੱਲਦੀ ਪਈ। ਮਹਾਰਾਜ ਜੀ ਦੀ ਮਿਹਰ ਹੋਵੇ ਤਾਂ ਇਹ ਗੱਲ ਬਣਦੀ, ਨਹੀਂ ਤਾਂ ਬਹੁਤੀ ਵਾਰੀ ਪ੍ਰਬੰਧਕ ਵੀ ਕਹਿ ਦਿੰਦੇ ਅਸੀਂ ਕੀ ਲੈਣਾ। ਪਰ ਵਾਹ ਵਾਹ, ਸ਼ੁਕਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਅੱਗੇ ਹੋ ਕੇ ਸੇਵਾ ਕਰਨੀ। ਇਹ ਤਖਤ ਪਟਨਾ ਸਾਹਿਬ ਜੀ ਦੇ ਪ੍ਰਬੰਧਕਾਂ ਦੀ ਝੋਲੀ 'ਚ ਸਤਿਗੁਰੂ ਨੇ ਪਾਇਆ ਹੋਇਆ। ਸੰਗਤਾਂ ਵੀ ਬਹੁਤ ਸਹਿਯੋਗ ਕਰ ਰਹੀਆਂ ਹਨ। ਹਰ ਰੋਜ਼ ਮਾਇਆ ਭੇਜ ਕੇ ਆਪਣੀ ਮਾਇਆ ਸਫਲ ਕਰਦੇ, ਨਾਲੋਂ ਨਾਲ ਮੈਨੂੰ ਵੀ WhatsApp ਕਰੀ ਜਾਂਦੇ ਨੇ ਰਸੀਦਾਂ ਆਦਿਕ, ਜੋ ਬੈਂਕ ਦੀਆਂ ਸਲਿੱਪਾਂ ਆਉਂਦੀਆਂ। ਮੈਂ ਰੋਜ਼ ਦੇਖਦਾ, ਰਾਤੀ 1 ਵਜੇ ਤੱਕ 2 ਵਜੇ ਤੱਕ ਉਹ ਸਾਰੀ ਮਾਇਆ ਆਉਂਦੀ ਰਹਿੰਦੀ। ਬਾਹਰੋਂ ਸੰਗਤਾਂ ਮਾਇਆ ਭੇਜਦੀਆਂ, ਡਾਲਰਾਂ ਵਿੱਚ ਮਾਇਆ ਭੇਜਦੀਆਂ ਹਨ। ਕਾਰਨ ਕੀ ਹੈ?
ਮਨ ਵਿੱਚ ਇੱਕ ਪ੍ਰੇਮ ਹੈ ਤੇ ਇੱਕ ਉਤਸ਼ਾਹ ਹੈ ਕਿ ਗੁਰੂ ਪਾਤਸ਼ਾਹ ਮਿਹਰਾਂ ਕਰਨ ਤੇ ਲੋੜਵੰਦਾਂ ਤੱਕ ਪਹੁੰਚ ਜਾਏ। ਇਹ ਸਿੱਖੀ ਦੀ ਮਹਾਨਤਾ ਹੈ, ਵਡਿਆਈ ਹੈ, ਗੁਰੂ ਦੇ ਚਰਨ ਕਮਲਾਂ ਦਾ ਅਨੁਰਾਗੀ ਹੋਣ ਦਾ ਪ੍ਰਗਟਾਵਾ, ਪ੍ਰੇਮੀ ਹੋਣ ਦਾ ਇਜ਼ਹਾਰ ਹੈ। ਲੈ ਗੁਰ ਕਾਰ ਦਰਸ ਕੋ ਆਵੈ। ਤੇ ਉੱਥੇ ਕਸ਼ਮੀਰ ਵਿੱਚ ਵੀ ਦਰਸ਼ਨ ਕਰਨ ਵਾਸਤੇ ਕਾਰ ਭੇਟਾ ਦਸਵੰਧ ਲੈ ਕੇ ਪਹੁੰਚ ਰਹੀਆਂ ਹਨ ਸੰਗਤਾਂ। ਹੋਤ ਨਿਹਾਲ ਪਰਮ ਸੁਖ ਪਾਵੈ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਸਦਕਾ ਭਾਈ ਮਾਧੋ ਦੀ ਰਸਨਾ ਵਿੱਚ ਰਸ ਇਤਨਾ ਹੈ। ਇਹ ਵੀ ਮੈਂ ਅਰਜ਼ ਕਰਾਂ, ਦੋ ਤਰ੍ਹਾਂ ਦੇ ਹੁੰਦੇ ਨੇ ਵਕਤੇ। ਕੁਝ ਬੋਲਦੇ ਨੇ ਕਰਕਸ, ਕੰਨਾਂ ਨੂੰ ਲੱਗਦਾ ਜਿਵੇਂ ਕੋਈ ਜ਼ਬਰਦਸਤੀ ਅੰਦਰ ਕੁਝ ਧੱਕਣਾ ਚਾਹ ਰਿਹਾ। ਕਈ ਦਫਾ ਐਸੇ ਬੋਲ ਸੁਣ ਕੇ ਲੋਕੀ ਉਦਾਸ ਹੋ ਜਾਂਦੇ ਵੀ ਹੋ ਕੀ ਰਿਹਾ। ਤੇ ਕਈ ਦਫਾ ਕਿਸੇ ਦੀ ਰਸਨਾ ਤੇ ਗੁਰੂ ਆਪ ਵਸ ਜਾਂਦਾ ਹੈ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਤੇ ਫਿਰ ਰਸ ਵਾਲੇ ਬੋਲ ਰਸਨਾ ਤੋਂ ਪ੍ਰਗਟ ਹੁੰਦੇ। ਟੁੱਟੇ ਹੋਏ ਹਿਰਦੇ ਜੁੜ ਜਾਂਦੇ, ਦੂਰ ਹੋਈਆਂ ਸੁਰਤਾਂ ਨੇੜੇ ਆ ਜਾਂਦੀਆਂ ਹਨ। ਇਹ ਗੁਰੂ ਦੀ ਕਲਾ ਵਰਤਦੀ ਹੈ। ਤੇ ਭਾਈ ਮਾਧੋ ਜੀ ਨੇ ਕਦੀ ਨਹੀਂ ਕਿਹਾ ਵੀ ਮੇਰੇ ਬਚਨ ਨੇ, ਉਹ ਕਹਿੰਦੇ ਗੁਰੂ ਦੇ ਬਚਨ ਜੋ ਸਤਿਗੁਰੂ ਦੇ ਰਹੇ ਹਨ ਉਹ ਮੈਂ ਸੁਣਾ ਰਿਹਾ ਹਾਂ। ਤੇ ਸੁਣ ਸੁਣ ਕੇ ਸੰਗਤਾਂ ਨਿਹਾਲ ਹੋ ਰਹੀਆਂ ਨੇ ਤੇ ਮਹਾਨ ਆਤਮ ਆਨੰਦ ਪਰਮ ਸੁਖ ਪ੍ਰਾਪਤ ਕਰਦੀਆਂ ਹਨ। ਹਿਮ ਸਿੱਖੀ ਬਿਥਰੀ ਕਸ਼ਮੀਰ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਭਾਈ ਮਾਧੋ ਵਰਗੇ ਗੁਰਮੁਖ ਪ੍ਰਚਾਰਕਾਂ ਦੀ ਘਾਲਣਾ ਸੇਵਾ ਤੇ ਸਾਰੇ ਕਸ਼ਮੀਰ ਵਿੱਚ ਸਿੱਖੀ ਦਾ ਵਿਸਥਾਰ ਹੋਇਆ। ਸਿਮਰੈ ਸਤਿਨਾਮ ਧਰਤੀਰ। ਤੇ ਵਾਹਿਗੁਰੂ ਮੰਤਰ ਪਰਮਾਤਮਾ ਦਾ ਨਾਮ ਜੋ ਸਤਿਗੁਰੂ ਨੇ ਸਾਡੀ ਝੋਲੀ 'ਚ ਪਾਇਆ, ਮੂਲ ਮੰਤਰ ਤੇ ਗੁਰ ਮੰਤਰ, ਉਹ ਸਾਰੇ ਜਪਦੇ ਨੇ ਤੇ ਹਿਰਦਾ ਧੀਰਜ ਨਾਲ ਪ੍ਰੇਮ ਨਾਲ ਭਰਦਾ ਜਾਂਦਾ ਹੈ, ਭਰੋਸੇ ਨਾਲ ਭਰਦਾ ਜਾਂਦਾ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਵੀ ਪਧਾਰੇ ਨੇ ਸ਼੍ਰੀਨਗਰ ਆਦਿਕ ਅਸਥਾਨਾਂ ਤੇ, ਆਪ ਉਹਨਾਂ ਨੇ ਚਰਨ ਪਾਏ। ਜੰਮੂ ਵਿੱਚ ਮਹਾਰਾਜ ਜੀ ਦੇ ਅਸਥਾਨ ਨੇ। ਇਸ ਤਰ੍ਹਾਂ ਸਾਰੇ ਜੰਮੂ ਕਸ਼ਮੀਰ ਵਿੱਚ ਸਿੱਖੀ ਦਾ ਬੋਲਬਾਲਾ ਹੋਇਆ। ਦੋਹਰਾ ਰੂਪ ਚੰਦ ਭੀਵਾ ਜੁਗਲ ਬਸ ਹੈ ਸਰਹੰਦ ਮਝਾਰ। ਅਗਲਾ ਪ੍ਰਸੰਗ ਪ੍ਰਾਰੰਭ ਹੁੰਦਾ ਭਾਈ ਰੂਪ ਚੰਦ ਤੇ ਭਾਈ ਭੀਵਾ। ਇਹ ਦੋਵੇਂ ਸਰਹੰਦ ਸ਼ਹਿਰ ਵਿੱਚ ਵਸਦੇ ਨੇ। ਇਹ ਐਸਾ ਸ਼ਹਿਰ ਹੈ ਜਿਹਦਾ ਨਾਮ ਹੈ ਸਰਹਿੰਦ, ਭਾਵ ਹਿੰਦੁਸਤਾਨ ਦਾ ਸਿਰ, ਇਹਦਾ ਨਾਮ ਹੈਗਾ ਹੈ। ਸਰਹਿੰਦ ਅਸੀਂ ਆਮ ਕਰਕੇ ਸਰਹੰਦ ਕਹਿ ਦਿੰਦੇ, ਹੈ ਸਰਹਿੰਦ, ਸਰਹਿੰਦ। ਸਰਹਿੰਦ ਦਰਬਾਰ ਨੂੰ ਦਿੱਲੀ ਦਰਬਾਰ ਤੋਂ ਬਾਅਦ ਸਜ਼ਾਏ ਮੌਤ ਦੇਣ ਤੱਕ ਦਾ ਹੱਕ ਹਾਸਲ ਸੀ। 28 ਪਰਗਣੇ, 28 ਛੋਟੀਆਂ ਛੋਟੀਆਂ ਰਿਆਸਤਾਂ ਇਹਦੇ ਮਤਹਿਤ ਆਉਂਦੀਆਂ ਸੀ। ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉੱਥੇ ਸਿੱਖ ਵੀ ਹੈਗੇ ਸਨ। ਭਾਈ ਮੋਤੀ ਰਾਮ ਦੀ ਕੁਰਬਾਨੀ ਭੁੱਲਦੀ ਹੈ ਕੋਈ? ਇਹ ਐਸਾ ਪਰਿਵਾਰ ਹੈ ਸਤਿਗੁਰੂ ਜੀ ਦੇ ਪਰਿਵਾਰ ਤੋਂ ਬਾਅਦ ਜਿਹੜਾ ਸਾਰਾ ਪਰਿਵਾਰ ਹੀ ਸ਼ਹੀਦ ਹੋ ਗਿਆ। ਜਿਹਦੇ ਵਿੱਚ ਭਾਈ ਮੋਤੀ ਰਾਮ, ਉਹਦਾ ਪਿਤਾ, ਉਹਦੀ ਪਤਨੀ, ਉਹਦੀ ਮਾਤਾ, ਉਹਦਾ ਬੱਚਾ। ਵਜ਼ੀਰ ਖਾਨ ਨੇ ਲੱਕੜ ਦੇ ਕੋਹਲੂ ਵਿੱਚ ਪੀੜ ਦਿੱਤਾ ਸੀ। ਤੇ ਦੋਸ਼ ਸਿਰਫ ਇਤਨਾ ਕਿ ਇਸਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ, ਇਸਨੇ ਸੇਵਾ ਕੀਤੀ ਹੈ, ਇਹ ਹਕੂਮਤ ਦਾ ਬਾਗੀ ਹੈ। ਪਰ ਧੰਨ ਨੇ ਭਾਈ ਮੋਤੀ ਰਾਮ ਜੀ, ਮਹਿਰਾ ਪਰਿਵਾਰ ਵਿੱਚੋਂ ਸਨ, ਜਿਨ੍ਹਾਂ ਨੇ ਆਪਣਾ ਜਾਨ, ਆਪਣਾ ਧਨ, ਆਪਣਾ ਸਭ ਕੁਝ ਦਾਅ 'ਤੇ ਲਾ ਕੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਜੀਆਂ ਦੀ ਸੇਵਾ ਕਮਾਈ। ਭਾਵੇਂ ਥੋੜ੍ਹੇ ਦਿਨ ਹੀ ਸੇਵਾ ਕੀਤੀ ਹੈ, ਪਰ ਉਹਦੀ ਸੇਵਾ ਸਫਲ ਹੋ ਗਈ, ਉਹਦੀ ਸੇਵਾ ਸੁਭਾਗਵਾਨ ਹੋ ਗਈ। ਇਹ ਦੋ ਸਿੱਖ ਵੀ ਭਾਈ ਰੂਪ ਚੰਦ ਤੇ ਭਾਈ ਭੀਵਾ
ਸਰਹੰਦ ਵਿੱਚ ਰਹਿੰਦੇ ਹਨ। ਹਾਂਜੀ। ਕਿਰਤੀ ਕਰਹਿ ਸਿੱਖਣ ਮਿਲਹਿ ਬਾਟਤ ਅਚਹਿ ਆਹਾਰ। ਇਹ ਧਰਮ ਦੀ ਕਿਰਤ ਕਰਦੇ ਨੇ, ਗੁਰਸਿੱਖਾਂ ਨੂੰ ਸਤ ਸੰਗਤ ਵਿੱਚ ਮਿਲਦੇ ਨੇ ਤੇ ਵੰਡ ਕੇ ਸਕਦੇ ਹਨ। ਇਹ ਵੱਡਾ ਗੁਣ ਹੈ, ਵੰਡ ਕੇ ਸਕਣਾ। ਸਾਰਿਆਂ ਵਿੱਚ ਨਹੀਂ ਆਉਂਦਾ, ਜਿਹਨੂੰ ਗੁਰੂ ਦੇਵੇ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ। ਬੜੀ ਭਾਵਪੂਰਤ ਇਹਨਾਂ ਦੀ ਕਥਾ ਹੈ, ਪਰ ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਕੱਲ੍ਹ ਆਪ ਜੀ ਦੇ ਨਜ਼ਰ ਕਰਾਂਗੇ। ਆਪ ਨੇ ਬੜੇ ਪ੍ਰੇਮ ਨਾਲ, ਇਕਾਗਰਤਾ ਨਾਲ ਸਰਵਣ ਕੀਤਾ। ਆਓ 2 ਮਿੰਟ ਸਾਰੇ ਸੰਸਾਰ ਦੇ ਭਲੇ ਲਈ ਮਹਾਮੰਤਰ ਗੁਰਮੰਤਰ ਦਾ ਜਾਪ ਕਰੀਏ, ਫਿਰ ਛੋਟੀ ਜਿਹੀ ਅਰਦਾਸ ਹਰ ਰੋਜ਼ ਦੀ ਤਰ੍ਹਾਂ, ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਇੱਕ ਪਾਸੇ ਦਾਸ, ਇੱਕ ਪਾਸੇ ਆਪ ਸਾਰੇ ਜਿਤਨੇ ਘਰਾਂ 'ਚ ਵੀ ਬੈਠੇ ਹੋ, ਮੈਨੂੰ ਪਤਾ ਹੈ ਸੰਗਤਾਂ ਦੇ ਸੰਦੇਸ਼ ਆਉਂਦੇ ਨੇ, ਸਾਰੇ ਹੀ ਜਪਣ ਲੱਗ ਪਏ। ਗੁਰੂ ਮਿਹਰ ਕਰ ਦੇਵੇ। ਸਾਡੇ ਕੋਲ ਥੋੜ੍ਹੀ ਜਿਹੀ ਮਜਬੂਰੀ ਹੈ ਟੀਵੀ ਟਾਈਮ ਦੀ, ਪਰ ਆਪ ਬਾਅਦ ਵਿੱਚ ਵੀ ਥੋੜ੍ਹੀ ਦੇਰ ਜਪਦੇ ਰਿਹਾ ਕਰੋ। ਇਹ ਨਹੀਂ ਬਈ ਥੋੜ੍ਹਾ ਹੀ, ਜਿੰਨਾ 2 ਮਿੰਟ ਹੀ ਜਪਣਾ ਹੈ। ਜਪੋ ਜਿਤਨਾ ਗੁਰੂ ਜ਼ਿਆਦਾ ਜਪਾਵੇ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।